जैसी कि मेरा नाम हरदीप कौर है। मैं पंजाब ਅੰਮ੍ਰਿਤਸਰ ਤੋਂ ਹਾਂ। ਅੱਜ ਦੇ ਇਸ 5 ਮਿੰਟਸ ਬਾਈਬਲ ਸਟੱਡੀ 'ਚ ਮੈਂ ਸਭ ਦਾ ਸਵਾਗਤ ਕਰਦੀ ਹਾਂ। ਆਈ ਅਸੀਂ ਵਚਨ ਵੱਲ ਚੱਲਾਂਗੇ। ਲੂਕਾ ਦੀ ਅੰਜੀਲ ਉਹਦਾ 22 ਅਧਿਆਇ ਉਹਦੀ 45 ਆਇਤ, ਜਿੱਥੇ ਲਿਖਿਆ ਹੈ ਕਿ ਫਿਰ ਪ੍ਰਾਰਥਨਾ ਤੋਂ ਉੱਠ ਕੇ ਉਹ ਚੇਲਿਆਂ ਦੇ ਕੋਲ ਆਇਆ ਅਤੇ ਉਹਨਾਂ ਨੂੰ ਸੋਗ ਦੇ ਮਾਰੇ ਸੁੱਤੇ ਹੋਏ ਡਿੱਠਾ ਅਤੇ ਉਹਨਾਂ ਨੂੰ ਕਿਹਾ, ਤੁਸੀਂ ਕਾਹਨੂੰ ਸੌਂਦੇ ਹੋ? ਉੱਠ ਕੇ ਪ੍ਰਾਰਥਨਾ ਕਰੋ, ਭਈ ਪਰਤਾਵੇ ਵਿੱਚ ਨਾ ਪਾਓ। ਹਾਲੇਲੂਇਆ। ਇਸ ਵਚਨ ਦੇ ਦੁਆਰਾ ਪ੍ਰਭੂ ਤੁਹਾਨੂੰ ਸਾਰਿਆਂ ਨੂੰ ਆਸ਼ੀਸ਼ ਦੇਵੇ। ਮੇਰੇ ਅਜ਼ੀਜ਼ੋ, ਜਦੋਂ ਇਸ ਆਇਤ ਨੂੰ ਅਸੀਂ ਧਿਆਨ ਨਾਲ ਪੜ੍ਹਦੇ ਹਾਂ ਔਰ ਇਹ ਆਇਤ ਅਸੀਂ ਵੇਖੀਏ ਤਾਂ ਸਾਨੂੰ ਬਹੁਤ ਕੁਝ ਸਿਖਾ ਰਹੀ ਹੈ, ਸਾਨੂੰ ਹਿਦਾਇਤ ਦੇ ਰਹੀ ਹੈ। ਮੇਰੇ ਅਜ਼ੀਜ਼ੋ, ਇਸ ਜਗ੍ਹਾ 'ਤੇ ਅਸੀਂ ਵੇਖੀਏ ਕਿ ਯਿਸੂ ਮਸੀਹ ਗਤਸਮਨੀ ਦੇ ਬਾਗ ਦੇ ਵਿੱਚ ਕੀ ਕਰ ਰਹੇ ਨੇ? ਉਹ ਪ੍ਰਾਰਥਨਾ ਕਰ ਰਹੇ ਨੇ ਔਰ ਨਿਰੰਤਰ ਪ੍ਰਾਰਥਨਾ ਵਿੱਚ ਲੱਗੇ ਹੋਏ ਨੇ। ਹਾਲੇਲੂਇਆ। ਕਿਉਂਕਿ ਉਹ ਜਾਣਦੇ ਸਨ ਕਿ ਜਦੋਂ ਸਵੇਰ ਉਹਨਾਂ ਨੇ ਵੇਖਣੀ ਹੈ ਤਾਂ ਕੀ ਹੈ, ਉਹਨਾਂ ਨੂੰ ਸਲੀਬ 'ਤੇ ਚੜ੍ਹਾਏ ਜਾਣਾ। ਰੋਮ ਸਰਕਾਰ ਨੇ ਉਹਨਾਂ ਨੂੰ ਡਿਕਲੇਅਰ ਕਰ ਦਿੱਤਾ ਸੀ ਕਿ ਯਿਸੂ ਮਸੀਹ ਨੂੰ ਸਲੀਬ 'ਤੇ ਚੜ੍ਹਾਏ ਜਾਣਾ ਹੈ। ਪਰ ਇਸ ਮਾਹੌਲ ਵਿੱਚ, ਇਸ ਪਰੇਸ਼ਾਨੀ ਦੇ ਮਾਹੌਲ ਵਿੱਚ ਵੀ ਉਹਨਾਂ ਨੇ ਕੀ ਆ, ਆਪਣੇ ਹੋਸ਼ ਨੂੰ ਗਵਾਇਆ ਨਹੀਂ, ਬਲਕਿ ਕੀ ਆ, ਉਹ ਪਰਮੇਸ਼ਵਰ ਪਿਤਾ ਦੇ ਨਜ਼ਦੀਕ ਗਏ ਔਰ ਗਤਸਮਨੀ ਦੇ ਬਾਗ ਵਿੱਚ ਘੁਟਨੇ ਟੇਕ ਕੇ ਔਰ ਰਾਤ ਦਿਨ ਕੀ ਹੈ, ਪ੍ਰਾਰਥਨਾ ਵਿੱਚ ਲੱਗੇ ਰਹੇ। ਔਰ ਇਹੀ ਆਸ ਉਹ ਆਪਣੇ ਚੇਲਿਆਂ ਤੋਂ ਵੀ ਕਰ ਰਹੇ ਸਨ ਕਿ ਇਸ ਔਖੀ ਘੜੀ ਦੇ ਵਿੱਚ ਉਹਨਾਂ ਦੇ ਚੇਲੇ ਵੀ ਉਹਨਾਂ ਦੇ ਨਾਲ ਖੜ੍ਹੇ ਰਹਿਣ, ਬਲਕਿ ਉਹ ਪ੍ਰਾਰਥਨਾ ਵਿੱਚ ਲੱਗੇ ਰਹਿਣ ਜਿਸ ਤਰ੍ਹਾਂ ਯਿਸੂ ਮਸੀਹ ਪ੍ਰਾਰਥਨਾ ਵਿੱਚ ਲੱਗੇ ਹੋਏ ਸਨ। ਪਰ ਜਦੋਂ ਉਹਨਾਂ ਨੇ ਵੇਖਿਆ ਕਿ ਸਾਰੇ ਜਿਹੜੇ ਚੇਲੇ ਸੀ, 12 ਚੇਲੇ ਸੀ, ਉਹ ਸੁੱਤੇ ਹੋਏ ਸੀ, ਫਿਰ ਯਿਸੂ ਮਸੀਹ ਨੇ ਉਹਨਾਂ ਨੂੰ ਕਿਹਾ ਕਿ ਤੁਸੀਂ ਕਾਹਨੂੰ ਸੌਂਦੇ ਹੋ? ਉੱਠ ਕੇ ਪ੍ਰਾਰਥਨਾ ਕਰੋ ਤਾਂ ਕਿ ਪਰਤਾਵੇ ਵਿੱਚ ਨਾ ਪਾਓ। ਸੋ ਮੇਰੇ ਅਜ਼ੀਜ਼ੋ, ਇਹ ਜਿਹੜੀ ਆਇਤ ਹੈ ਕਿ ਪਰਤਾਵੇ ਵਿੱਚ ਨਾ ਪਾਓ, ਸਾਨੂੰ ਬਹੁਤ ਕੁਝ ਸਿਖਾ ਰਹੀ ਹੈ। ਅਗਰ ਅਸੀਂ ਵੇਖੀਏ ਕਿ ਇੱਕ ਪਰਤਾਵਾ ਯਿਸੂ ਮਸੀਹ ਦੇ ਜੀਵਨ ਦੇ ਵਿੱਚ ਵੀ ਆਉਣ ਵਾਲਾ ਸੀ। ਉਹਨਾਂ ਨੂੰ ਸਲੀਬ 'ਤੇ ਚੜ੍ਹਾਇਆ ਜਾਣਾ ਸੀ। ਇੱਕ ਜਗ੍ਹਾ 'ਤੇ ਯਿਸੂ ਮਸੀਹ ਪ੍ਰਾਰਥਨਾ ਜਦੋਂ ਕਰ ਰਹੇ ਸੀ, ਉਹਨਾਂ ਨੇ ਪ੍ਰਾਰਥਨਾ ਵਿੱਚ ਵੀ ਕਿਹਾ ਕਿ ਹੇ ਪਿਤਾ, ਅਗਰ ਹੋ ਸਕੇ ਤਾਂ ਇਹ ਪਿਆਲਾ ਮੇਰੇ ਤੋਂ ਟਲ ਜਾਵੇ। ਫਿਰ ਉਹਨਾਂ ਨੇ ਕਿਹਾ ਕਿ ਨਹੀਂ ਖੁਦਾ, ਜਿਵੇਂ ਤੇਰੀ ਮਰਜ਼ੀ ਆ ਉਵੇਂ ਹੀ ਮੇਰੇ ਜੀਵਨ 'ਚ ਪੂਰੀ ਹੋਵੇ। ਸੋ ਮੇਰੇ ਅਜ਼ੀਜ਼ੋ, ਸਾਡੇ ਜੀਵਨ ਦੇ ਵਿੱਚ ਜਿਹੜੀਆਂ ਟੈਂਪਟੇਸ਼ਨ, ਸਾਡੇ ਜੀਵਨ ਦੇ ਵਿੱਚ ਕਈ ਇਹੋ ਜਿਹੀਆਂ ਵਿਪੱਤੀਆਂ ਆਉਂਦੀਆਂ ਨੇ ਜੋ ਸਾਨੂੰ ਕੀ ਆ, ਇੱਕ ਸਮੇਂ ਦੇ ਵਿੱਚ ਡਰਾ ਦਿੰਦੀਆਂ ਨੇ। ਪਰ ਮੇਰੇ ਅਜ਼ੀਜ਼ੋ, ਮੈਂ ਤੁਹਾਨੂੰ ਦੱਸਣਾ ਚਾਹੁੰਦੀ ਕਿ ਯਿਸੂ ਮਸੀਹ ਵੀ ਆਪਣੇ ਚੇਲਿਆਂ ਨੂੰ ਇਹੀ ਸਿਖਾ ਰਹੇ ਨੇ ਕਿ ਉੱਠ ਕੇ ਕੀ ਕਰੋ, ਪ੍ਰਾਰਥਨਾ ਕਰੋ। ਹੁਣ ਇਹ ਨਹੀਂ ਹੋਣਾ ਕਿ ਪਰਤਾਵੇ ਸਾਡੇ ਜੀਵਨ 'ਚ ਨਹੀਂ ਆਉਣੇ ਜਾਂ ਟੈਂਪਟੇਸ਼ਨ ਸਾਡੇ ਜੀਵਨ 'ਚ ਨਹੀਂ ਆਉਣੀਆਂ, ਉਹ ਆਉਣੀਆਂ ਹੀ ਆਉਣੀਆਂ ਨੇ। ਪਰ ਤੁਸੀਂ ਆਪਣੇ ਆਪ ਨੂੰ ਤਿਆਰ ਕਰਨਾ, ਤੁਸੀਂ ਆਪਣਾ ਜੀਵਨ ਹੀ ਇਸ ਤਰ੍ਹਾਂ ਦਾ ਪ੍ਰਾਰਥਨਾ ਵਾਲਾ ਜੀਵਨ ਬਣਾ ਲਓ ਕਿ ਇਹ ਵਿਪੱਤੀਆਂ ਆਉਣ ਅਤੇ ਤੁਹਾਡਾ ਕੁਝ ਵਿਗਾੜ ਹੀ ਨਾ ਸਕਣ। ਹਾਲੇਲੂਇਆ। ਇਸ ਲਈ ਯਿਸੂ ਮਸੀਹ ਜਿਸ ਤਰ੍ਹਾਂ ਆਪਣੇ ਚੇਲਿਆਂ ਨੂੰ ਸਿਖਾ ਰਹੇ ਨੇ, ਮੈਂ ਸਮਝਦੀ ਕਿ ਯਿਸੂ ਮਸੀਹ ਦਾ ਵਚਨ ਅੱਜ ਸਾਨੂੰ ਵੀ ਇਹੀ ਹਿਦਾਇਤ ਕਰ ਰਹੇ। ਮੇਰੇ ਅਜ਼ੀਜ਼ੋ, ਸਮਝਣ ਦੀ ਲੋੜ ਹੈ ਕਿ ਸਾਨੂੰ ਵੀ ਅੱਜ ਦੇ ਹਾਲਾਤਾਂ ਨਾਲ ਲੜਨ ਦੇ ਲਈ, ਜਿਸ ਤਰ੍ਹਾਂ ਵੀ ਸਾਡੇ ਜੀਵਨ 'ਚ ਹਾਲਾਤ ਨੇ, ਚਾਹੇ ਉਹ ਸਾਡੀ ਫੈਮਿਲੀ ਦੇ ਨਾਲ ਰਿਲੇਟਿਡ ਨੇ, ਚਾਹੇ ਸਾਡੇ ਬਿਜ਼ਨਸ ਦੇ ਨਾਲ ਰਿਲੇਟਿਡ ਨੇ, ਚਾਹੇ ਉਹ ਸਾਡੀ ਜੋਬ ਦੇ ਨਾਲ ਰਿਲੇਟਿਡ ਨੇ, ਕਿਸੇ ਤਰੀਕੇ ਦੇ ਵੀ ਹਾਲਾਤ ਨੇ ਜੋ ਸਾਨੂੰ ਨਿਰਾਸ਼ ਕਰ ਰਹੇ ਨੇ, ਨਿਰੰਤਰ ਸਾਨੂੰ ਨਿਰਾਸ਼ਾ ਦੇ ਵਿੱਚ ਲੈ ਕੇ ਜਾ ਰਹੇ ਨੇ, ਸਾਨੂੰ ਨੈਗੇਟਿਵ ਕਰ ਰਹੇ ਨੇ। ਪਰ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਕਿ ਯਿਸੂ ਮਸੀਹ ਕਹਿ ਰਹੇ ਨੇ ਕਿ ਸਭ ਚੀਜ਼ਾਂ ਦਾ ਤੁਸੀਂ ਸਾਹਮਣਾ, ਕਿ ਸਭ ਵਿਪੱਤੀਆਂ ਦਾ ਸਾਹਮਣਾ, ਸਾਰੇ ਪਰਤਾਵਿਆਂ ਦਾ ਸਾਹਮਣਾ ਤੁਸੀਂ ਇੱਕੋ ਹੀ ਹਥਿਆਰ ਨਾਲ ਕਰ ਸਕਦੇ ਜੇ, ਜੋ ਹਥਿਆਰ ਹੈ ਪ੍ਰਾਰਥਨਾ ਦਾ ਹਥਿਆਰ ਹੈ। ਹਾਲੇਲੂਇਆ। ਜਿਸ ਤਰ੍ਹਾਂ ਯਿਸੂ ਮਸੀਹ ਨੇ ਵੀ ਇਸ ਹਥਿਆਰ ਨੂੰ ਇਸਤੇਮਾਲ ਕੀਤਾ, ਮੈਂ ਸਮਝਦੀ ਹਾਂ ਕਿ ਅੱਜ ਸਾਨੂੰ ਵੀ ਆਪਣੇ ਜੀਵਨ 'ਚ ਇਸ ਹਥਿਆਰ ਨੂੰ ਇਸਤੇਮਾਲ ਕਰਨ ਦੀ ਜ਼ਰੂਰਤ ਹੈ। ਮੇਰੇ ਅਜ਼ੀਜ਼ੋ, ਹਾਲੇਲੂਇਆ। ਪ੍ਰਾਰਥਨਾ ਇੱਕ ਅਜਿਹੀ ਚਾਬੀ ਹੈ ਮੇਰੇ ਅਜ਼ੀਜ਼ੋ, ਮੈਂ ਸਮਝਦੀ ਹਾਂ ਕਿ ਪ੍ਰਾਰਥਨਾ ਇੱਕ ਅਜਿਹੀ ਚਾਬੀ ਹੈ ਜਿਸ ਨਾਲ ਹਰ ਇੱਕ ਬੰਦ ਤਾਲਾ ਖੋਲ੍ਹਿਆ ਜਾ ਸਕਦਾ ਹੈ। ਚਾਹੇ ਉਹ ਕੋਈ ਵੀ ਵਿਪੱਤੀ ਹੋ, ਸਾਡੇ ਜੀਵਨ ਦੇ ਵਿੱਚ ਕੁਛ ਵੀ ਐਸਾ ਜੋ ਨਹੀਂ ਹੋ ਰਿਹਾ, ਪ੍ਰਾਰਥਨਾ ਵਿੱਚ ਇੰਨੀ ਤਾਕਤ ਹੈ, ਪ੍ਰਾਰਥਨਾ ਵਿੱਚ ਇੰਨੀ ਸ਼ਕਤੀ ਹੈ ਕਿ ਉਹ ਬੰਦ ਚੀਜ਼ਾਂ ਨੂੰ ਚਲਾਉਣ ਦੀ ਸਾਮਰਥ ਰੱਖਦੀ। ਹਾਲੇਲੂਇਆ। ਧੰਨਵਾਦ ਕਰਦੇ ਹਾਂ ਖੁਦਾਵੰਦ ਦੇ ਇੰਨੇ ਸੁੰਦਰ ਵਚਨ ਦੇ ਲਈ। ਅਸੀਂ ਜਦੋਂ ਬਾਈਬਲ ਦਾ ਪੁਰਾਣਾ ਨਿਯਮ ਵੇਖਦੇ ਹਾਂ ਤਾਂ ਉਹਦੇ ਵਿੱਚ ਕਈ ਪ੍ਰਾਰਥਨਾ ਦੇ ਯੋਧੇ ਪਾਏ ਗਏ ਨੇ, ਜਿਸ ਤਰ੍ਹਾਂ ਏਲੀਆ, ਇਲੀਸ਼ਾ, ਅਬਰਾਹਮ, ਯੂਸਫ, ਯਾਕੂਬ, ਦਾਨੀਅਲ, ਜਿਨ੍ਹਾਂ ਨੇ ਆਪਣੀ ਪ੍ਰਾਰਥਨਾ ਦੇ ਨਾਲ ਵੱਡੇ ਵੱਡੇ ਚਮਤਕਾਰਾਂ ਨੂੰ ਕੀ ਆ, ਵਿਖਾਇਆ ਔਰ ਖੁਦਾਵੰਦ ਦੇ ਨਾਮ ਨੂੰ ਉੱਚਾ ਕੀਤਾ, ਯਹੋਵਾ ਦੇ ਨਾਮ ਨੂੰ ਉੱਚਾ ਕੀਤਾ। ਸੋ ਅੱਜ ਮੇਰੇ ਅਜ਼ੀਜ਼ੋ, ਮੈਂ ਤੁਹਾਨੂੰ ਇਹੀ ਦੱਸਣਾ ਚਾਹੁੰਦੀ ਇਸ ਵਚਨ ਦੇ ਦੁਆਰਾ ਕਿ ਸਾਨੂੰ ਵੀ ਇਸ ਵਚਨ ਦੇ ਉੱਤੇ ਮਨਨ ਕਰਨ ਦੀ, ਧਿਆਨ ਲਗਾਉਣ ਦੀ ਜ਼ਰੂਰਤ ਹੈ ਅਤੇ ਆਪਣੇ ਜੀਵਨ ਨੂੰ ਜਾਂਚਣ ਦੀ ਲੋੜ ਹੈ ਔਰ ਆਪਣੇ ਜੀਵਨ ਨੂੰ ਪ੍ਰਾਰਥਨਾ ਵਾਲਾ ਜੀਵਨ ਬਣਾਉਣ ਦੀ ਲੋੜ ਹੈ। ਪ੍ਰਭੂ ਦਾ ਵਚਨ ਕਹਿੰਦਾ ਕਿ ਧਰਮੀ ਜਨ ਦੀ ਪ੍ਰਾਰਥਨਾ ਬਹੁਤ ਕੁਝ ਕਰਨ ਦੀ ਸਾਮਰਥ ਰੱਖਦੀ ਹੈ। ਹਾਲੇਲੂਇਆ। ਸੋ ਮੇਰੇ ਅਜ਼ੀਜ਼ੋ, ਸੱਚਮੁੱਚ ਅਗਰ ਅਸੀਂ ਆਪਣੇ ਜੀਵਨ 'ਚ ਨਿਰਾਸ਼ ਹਾਂ ਜਾਂ ਕਿਸੇ ਤਰੀਕੇ ਦੀ ਨਿਰਾਸ਼ਾ ਸਾਨੂੰ ਨਿਰਾਸ਼ ਕਰ ਰਹੀ, ਸਾਨੂੰ ਨੈਗੇਟਿਵਿਟੀ ਵਿੱਚ ਲੈ ਕੇ ਜਾ ਰਹੀ ਹੈ, ਮੈਂ ਤੁਹਾਨੂੰ ਇਹੀ ਕਹਾਂਗੀ ਤੁਸੀਂ ਪ੍ਰਾਰਥਨਾ ਵਿੱਚ ਲੱਗੇ ਰਹੋ, ਨਿਰੰਤਰ ਪ੍ਰਾਰਥਨਾ ਵਿੱਚ ਲੱਗੇ ਰਹੋ। ਖੁਦਾਵੰਦ ਯਿਸੂ ਮਸੀਹ ਭਲਾ ਪਰਮੇਸ਼ਵਰ ਹੈ ਔਰ ਸਾਡੀ ਪ੍ਰਾਰਥਨਾ ਨੂੰ ਸੁਣਦਾ ਹੈ ਔਰ ਉੱਤਰ ਦਿੰਦਾ ਹੈ। ਖੁਦਾਵੰਦ ਦਾ ਵਚਨ ਕਹਿੰਦਾ ਕਿ ਉਹ ਆਪਣੇ ਕੰਨਾਂ ਨੂੰ ਹਮੇਸ਼ਾ ਸਾਡੀ ਪ੍ਰਾਰਥਨਾ ਵੱਲ ਲਗਾਈ ਰੱਖਦਾ, ਕਦੀ ਵੀ ਸਾਡੀ ਪ੍ਰਾਰਥਨਾ ਨੂੰ ਅਣਸੁਣਾ ਨਹੀਂ ਕਰਦਾ। ਸੋ ਅੱਜ ਸਾਨੂੰ ਜ਼ਰੂਰਤ ਹੈ ਆਪਣੇ ਘੁਟਨਿਆਂ ਦੇ ਬਲ ਆ ਕੇ ਉਸ ਪਰਮੇਸ਼ਵਰ ਨੂੰ ਪੁਕਾਰਨ ਦੀ,
ਚਾਹੇ ਕੋਈ ਵੀ ਵਿਪत्ति ਹੋਵੇ, ਚਾਹੇ ਕੋਈ ਵੀ ਪਰਤਾਵਾ ਹੋਵੇ, ਚਾਹੇ ਕੋਈ ਵੀ ਟੈਂਪਟੇਸ਼ਨ ਪ੍ਰੋਬਲਮ ਸਾਡੇ ਸਾਹਮਣੇ ਆ ਕੇ ਖੜੀ ਹੋ ਜਾਵੇ, ਸਾਨੂੰ ਜ਼ਰੂਰਤ ਹੈ ਪ੍ਰਾਰਥਨਾ ਵਿੱਚ ਨਿਰੰਤਰ ਲੱਗੇ ਰਹਿਣ ਦੀ। ਹਾਲੇਲੂਇਆ। ਪ੍ਰਭੂ ਤੁਹਾਨੂੰ ਸਾਰਿਆਂ ਨੂੰ ਇਸ ਵਚਨ ਦੁਆਰਾ ਬਹੁਤ ਤਾਇਤ ਦੀ ਆਸ਼ੀਸ਼ ਦੇਵੇ। ਮੈਂ ਵਿਸ਼ਵਾਸ ਕਰਦੀ ਹਾਂ ਖੁਦਾਵੰਦ ਦਾ ਆਤਮਾ ਤੁਹਾਨੂੰ ਬਹੁਤ ਕੁਝ ਸਿਖਾ ਰਿਹਾ ਹੈ। ਖੁਦਾਵੰਦ ਤੁਹਾਨੂੰ ਸਾਰਿਆਂ ਨੂੰ ਬਰਕਤ ਦੇਵੇ। ਹਾਲੇਲੂਇਆ। ਆਮੀਨ।